ਆਪਣੇ ਤੋਂ ਗੱਲ ਛੋਈ ਤੇ ਉਹ ਗੱਲ ਸਾਰੀ ਦੁਨੀਆ ਨੂੰ, ਕਾਇਨਾਤ ਨੂੰ ਸ਼ਾਇਦ ਆਪਣੀ ਲਪੇਟ ਵਿੱਚ ਲੈ ਲਿਆ। ਐਸੀ ਗੱਲ ਦਾ ਇਹਨਾਂ ਨੇ ਮਤਲਬ ਹੈ ਕਿ ਅੰਦਾਜ਼ ਅਖਤਿਆਰ ਕੀਤਾ। ਉਹਦੇ 'ਚ ਇਹਨਾਂ ਦੀ ਕਿਤਾਬ ਦੇ ਵਿੱਚ ਤੇ ਕਾਫੀ ਕੁਛ ਹੈ ਸੋਚਣ ਵਾਸਤੇ ਵੀ ਤੇ ਇੰਜੋਇਮੈਂਟ ਵਾਸਤੇ ਵੀ। ਬਹੁਤ ਸਾਰੀਆਂ ਚੀਜ਼ਾਂ ਸਾਡੀਆਂ ਸਾਂਝੀਆਂ ਹੈਗੀਆਂ, ਬਹੁਤ ਸਾਰੇ ਸਾਡੇ ਐਡਵੈਂਚਰਸ ਨੇ, ਬਹੁਤ ਸਾਰੀਆਂ ਮਤਲਬ ਹੈ ਕਿ ਜਿਲਤਾਂ ਵੀ ਨੇ ਜਿਹੜੀਆਂ ਇਹਨਾਂ ਨੇ ਲਿਖੀਆਂ, ਕੁਛ ਨਹੀਂ ਲਿਖੀਆਂ। ਸ਼ੁਕਰ ਕਰੋ। ਲੇਕਿਨ ਮੈਂ ਸਮਝਦਾ ਕਿ ਇਹ ਬੜਾ ਸੀਰੀਅਸ ਥਾਟ ਹੈਗਾ ਜਿਹੜਾ ਇਹਨਾਂ ਦੀ ਕਿਤਾਬ ਦੇ ਪਿੱਛੇ, ਇਹਨਾਂ ਦੀ ਆਪਣੀ ਹੱਡਵਰਤੀ ਦੇ ਪਿੱਛੇ ਚੱਲ ਰਿਹਾ ਹੈ। ਉਹ ਹੈ ਕਿ ਇੱਕ ਜਿਹੜਾ ਇਨਸਾਨ ਦਾ ਜਿਹੜੀ ਜਰਨੀ ਹੈ ਉਹਦੇ ਵਿੱਚ ਕੀ ਕੁਛ ਉਹ ਹੰਢਾਉਂਦਾ ਹੈ, ਕੀ ਕੁਛ ਫੇਸ ਕਰਦਾ ਹੈ, ਕਿ ਜਿਹਦੇ ਵਿੱਚ ਮਤਲਬ ਹੈ ਕਿ ਮੁਹੱਬਤਾਂ ਵੀ ਨੇ, ਜਿਹਦੇ 'ਚ ਦੁੱਖ ਵੀ ਨੇ, ਉਹਦੇ 'ਚ ਬਹੁਤ ਸਾਰੇ ਚੈਲੰਜਸ ਨੇ ਲਾਈਫ ਦੇ। ਔਰ ਇਸੇ ਤਰ੍ਹਾਂ ਮਤਲਬ ਹੈ ਕਿ ਕੁਛ ਮਤਲਬ ਸਿਆਣੀਆਂ ਗੱਲਾਂ ਵੀ ਇਹਨਾਂ ਨੇ ਕੀਤੀਆਂ ਨੇ। ਉਹ ਆਪਣੇ ਯਾਰ ਦੋਸਤਾਂ ਦੇ ਬਾਰੇ ਬੰਦਾ ਬੜਾ ਹੈਰਾਨ ਹੁੰਦਾ ਹੈ। ਉਹ ਜਦੋਂ ਕਿਤਾਬ ਲਿਖਦੇ ਤਾਂ ਫਿਰ ਪਤਾ ਲੱਗਦਾ ਕਿ ਇਹ ਸਿਆਣੇ ਵੀ ਨੇ। ਉਹ ਸ਼ਾਇਰੀ ਦੇ ਹਵਾਲੇ ਨਾਲ ਵੀ ਅਸੀਂ ਮਤਲਬ ਹੈ ਕਿ ਸ਼ਾਇਰੀ ਵੀ ਇਕੱਠੇ ਕਰਦੇ ਸਾਂ ਤੇ ਮੁਸ਼ਾਇਰੇ ਵੀ ਪੜ੍ਹਦੇ ਸਾਂ। ਉਸ ਜ਼ਮਾਨੇ 'ਚ ਮੁਸ਼ਾਇਰੇ ਪੜ੍ਹਨ ਦਾ ਬੜਾ ਜ਼ਿਆਦਾ ਹੈ ਸੀ, ਕਲਚਰ ਸੀ। ਕਾਲਜਾਂ ਦੇ ਵਿੱਚ ਜਾਣਾ, ਇੰਟਰ ਕਾਲਜੀਏਟ ਮੁਸ਼ਾਇਰੇ ਪੜ੍ਹਨਾ। ਉਹਦੇ 'ਚ ਜ਼ਿਕਰ ਵੀ ਕੀਤਾ ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਕਿ ਜਿਸ ਤਰ੍ਹਾਂ ਅਸੀਂ ਤਰ੍ਹਾਂ ਮਿਸਰਾ ਆਉਂਦਾ ਹੁੰਦਾ ਸੀ ਤੇ ਉਹ ਨਾਲ ਉਹਦੇ ਗਜ਼ਲ ਕਹਿਣੀ, ਨਾਲ ਉਹਦੇ ਗਿਰਾ ਲਾਣੀ। ਤੇ ਇੱਕ ਦਫਾ ਕਿਸੇ ਕਾਲਜ ਦੇ ਵਿੱਚੋਂ ਇੱਕ ਮਿਸਰਾ ਆਇਆ ਕਿ ਫੂਲ ਸੇ ਖੁਸ਼ਬੂ ਜੁਦਾ ਕਰਤੇ ਰਹੇ। ਉਹ ਸਾਰੀ ਗਜ਼ਲ ਅਸੀਂ ਲਿਖ ਲਈ। ਮੈਂ ਸ਼ਾਇਦ ਗਜ਼ਲ ਲਿਖਦਾ ਸੀ, ਇਹ ਨਜ਼ਮ ਲਿਖਦੇ ਸੀ। ਕਿਸੇ ਵੇਲੇ ਇਹ ਗਜ਼ਲ ਲਿਖਦੇ ਸੀ, ਮੈਂ ਨਜ਼ਮ ਲਿਖਦਾ ਸੀ। ਤੇ ਇਹ ਸਾਡੇ ਕੋਲੋਂ ਦੂਸਰਾ ਮਿਸਰਾ ਨਾ ਲੱਗੇ, ਗਿਰਾ ਨਾ ਲੱਗੇ। ਅਸੀਂ ਉੱਥੋਂ ਹੋਸਟਲ ਚੋਂ ਆਉਂਦੇ ਹੁੰਦੇ ਸੀ ਸਿੱਧੇ ਪਹਿਲਾਂ ਮਜੀਦ ਅਮਜਦ ਸਾਹਿਬ ਕੋਲ। ਉਹਨਾਂ ਕੋਲ ਆਏ ਤਾਂ ਉਹਨਾਂ ਨੇ ਕਿ ਅੱਜ ਫੌਜਾਂ ਕਿੱਥੇ ਜਾ ਰਹੀਆਂ ਨੇ? ਅਸੀਂ ਕਿਹਾ ਜੀ ਜਾ ਰਹੇ ਹਾਂ ਕਿਤੇ ਮੁਸ਼ਾਇਰਾ ਲੁੱਟਣ ਜਾ ਰਹੇ ਹਾਂ। ਲੇਕਿਨ ਇੱਕ ਮਿਸਰਾ ਆਇਆ ਦੂਸਰੇ, ਉਹਦੇ ਨਾਲ ਗਿਰਾ ਨਹੀਂ ਲੱਗ ਰਹੀ। ਕਹਿੰਦੇ ਜੀ ਕੀ ਹੈ ਮਿਸਰਾ? ਇਹਨਾਂ ਨੇ ਕਿਹਾ ਜੀ ਕਿ ਦੱਸਿਆ ਕਿ ਜੀ ਫੂਲ ਸੇ ਖੁਸ਼ਬੂ ਜੁਦਾ ਕਰਤੇ ਰਹੇ। ਉਹਨਾਂ ਨੇ ਕਿਹਾ ਇਹ ਕਿਹੜਾ ਮੁਸ਼ਕਿਲ ਗੱਲ ਹੈ? ਤੁਸੀਂ ਕਹੋ ਕਿ ਇਤਰ ਕਸ਼ ਕਿਤਨੇ ਅਜ਼ੀਅਤ ਕੇਸ਼ ਥੇ, ਫੂਲ ਸੇ ਖੁਸ਼ਬੂ ਜੁਦਾ ਕਰਤੇ ਰਹੇ। ਸੋ ਅਸੀਂ ਜਾ ਕੇ ਜਦੋਂ ਗਜ਼ਲ ਪੜ੍ਹੀ ਤੇ ਉਹਦੇ ਜਨਾਬ ਉੱਥੇ ਤੇ ਬਾਂਹ ਹੋ ਗਈ। ਕਈ ਜਗ੍ਹਾ ਸਾਨੂੰ ਬਹੁਤ ਸਾਰੇ ਜਿਹੜੇ ਲੋਕ ਆਉਂਦੇ ਸੀ, ਸ਼ਾਇਰ ਆਉਂਦੇ ਸੀ ਨਾ, ਉਹ ਸਾਨੂੰ ਮਤਲਬ ਹੈ ਕਿ ਬੜਾ ਮਤਲਬ ਹੈ ਕਿ ਦੁਸ਼ਮਣ ਵੀ ਸਮਝਦੇ ਸੀ। ਤੇ ਇੱਕ ਜਗ੍ਹਾ ਤੇ ਸਾਨੂੰ ਉਹਨਾਂ ਨੇ ਬਕਾਇਦਾ ਕਿਹਾ ਕਿ ਤੁਸੀਂ ਥੱਲੇ ਉਤਰੋ ਸਟੇਜ ਤੇ, ਤੁਹਾਨੂੰ ਦੱਸਾਂਗੇ। ਸੋ ਇੱਦਾਂ ਦੀ ਮਤਲਬ ਉਹ ਇੱਕ ਲਾਈਫ ਸੀ। ਉਹਦੇ ਵਿੱਚ ਇੱਕ ਵਕਤ ਉਹ ਵੀ ਆਇਆ ਕਿ ਜਦੋਂ ਡਾਕਟਰ ਅਜ਼ੀਜ਼ ਉਲ ਹਕ ਇੱਥੇ ਆਏ ਤੇ YPF ਯੰਗ ਪੀਪਲ ਫਰੰਟ ਬਣੀ। ਉਹਦੇ 'ਚ ਇਹਨਾਂ ਦੇ ਨਾਲ ਮੈਂ ਵੀ ਯੰਗ ਪੀਪਲ ਫਰੰਟ ਦੇ ਵਿੱਚ ਸ਼ਾਮਲ ਹੋ ਗਿਆ। ਅਜ਼ੀਜ਼ ਉਲ ਹਕ ਕੈਨੇਡਾ ਤੋਂ ਆਏ ਸਨ ਤੇ ਹਰਦਿਆਲ ਸਿੰਘ ਬੈਂਸ ਦੇ ਸਾਥੀ ਸਨ। ਇਹ ਦੋਵੇਂ ਬੜੇ ਵੱਡੇ ਇਨਕਲਾਬੀ ਸੀ। ਤੇ ਇਹ ਜਸਪਾਲ ਸਿੰਘ ਜਿਹੜਾ ਹੈ ਇਹ ਵੀ ਹਰਦਿਆਲ ਸਿੰਘ ਬੈਂਸ ਦਾ ਹੀ ਚੇਲਾ ਹੈ। ਤੇ ਉੱਥੇ ਲੰਡਨ ਦੇ ਵਿੱਚ ਵੀ, ਸਵੈਸ ਦੇ ਵਿੱਚ ਕਾਨਫਰੰਸਿਸ ਹੋਈਆਂ, ਉੱਥੇ ਵੀ ਮੁਲਾਕਾਤ ਹੋਈ। ਤੇ ਇਸੇ ਤਰ੍ਹਾਂ ਹਰਦਿਆਲ ਨਾਲ ਸਾਹਿਬ ਦੇ ਨਾਲ ਔਰ ਜਸਪਾਲ ਨਾਲ ਵੀ ਯਾਰੀ ਬਹੁਤ ਹੋ ਗਈ ਸਾਡੀ। ਫਿਰ ਅਸੀਂ ਇਕੱਠੇ ਫਿਰਦੇ ਵੀ ਰਹੇ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਤੇ ਬੜਾ ਅੱਛਾ ਅਸੀਂ ਵਕਤ ਗੁਜ਼ਾਰਿਆ। ਹਾਂ, ਜਸਪਾਲ ਦੇ ਬਾਰੇ 'ਚ ਮੈਂ ਇਹ ਗੱਲ ਜਿਹੜੀ ਹੈ, ਨੈਣ ਸੁਖ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਉਹ ਜਿਹੜੀ ਪੰਜਾਬੀ ਫਲਸਫੇ ਦੀ ਗੱਲ ਕਰ ਰਹੇ ਨੇ, ਉਹਦੇ ਨਾਲ ਉਹਨਾਂ ਨੇ ਪੂਰਾ ਹਿੰਦੁਸਤਾਨੀ ਇੱਕ ਜਿਹੜਾ ਪਰਸਪੈਕਟਿਵ ਹੈ ਉਹਦੇ ਵਿੱਚ ਚਲੇ ਗਏ ਆ।
ਉਹਦੇ 'ਚ ਪੰਜਾਬੀ ਪਰਸਪੈਕਟਿਵ ਕਿਤੇ ਨਜ਼ਰ ਨਹੀਂ ਆਉਂਦਾ, ਜਾਂ ਪੰਜਾਬੀ ਫਲਸਫਾ ਜਿਹਦਾ ਉਹ ਦਾਅਵਾ ਕਰਦੇ ਨੇ ਕਿ ਹੋਣਾ ਚਾਹੀਦਾ। ਮੇਰਾ ਖਿਆਲ ਹੈ ਕਿ ਜਸਪਾਲ ਦੀ ਇਹ ਬੜੀ ਮਤਲਬ ਹੈ ਕਿ ਜੈਨੂਅਨ ਮਤਲਬ ਡਿਜ਼ਾਇਰ ਹੈਗੀ ਸੀ ਕਿ ਪੰਜਾਬੀਆਂ ਨੂੰ ਆਪਣੇ ਫਲਸਫੇ ਨੂੰ ਲੱਭਣਾ ਚਾਹੀਦਾ ਹੈ ਕਿ ਸਾਡਾ ਦਰਸ਼ਨ ਕੀ ਹੈ, ਸਾਡਾ ਫਲਸਫਾ ਕੀ ਹੈ। ਉਹਦੇ ਵਾਸਤੇ ਫਿਰ ਉਹ ਯੂਨਾਨੀਆਂ ਦੇ ਹਵਾਲੇ ਵੀ ਦਿੰਦਾ ਹੈ ਕਿ ਰਿਗ ਵੇਦਾਂ ਜਿਹੜੀਆਂ ਜਦੋਂ ਆਈਆਂ ਨੇ ਜਾਂ ਵੇਦ ਲਿਖੇ ਗਏ ਨੇ, ਉਸ ਤੋਂ ਪਹਿਲਾਂ ਜਿਹੜੇ ਸੂਝਵਾਨ ਸਨ ਉਹ ਜ਼ਾਹਰ ਹੈ ਕਿ ਬੈਠ ਕੇ ਗੱਲਾਂ ਬਾਤਾਂ ਕਰਦੇ ਹੋਣਗੇ। ਇੱਕ ਕਲੈਕਟਿਵ ਜਿਹੜਾ ਕੌਨਸ਼ੀਅਸਨੈਸ ਹੈ ਉਹਦੀ ਉਹ ਗੱਲ ਕਰਦਾ ਹੈ ਕਿ ਕਲੈਕਟਿਵ ਕੌਨਸ਼ੀਅਸਨੈਸ ਮੌਜੂਦ ਸੀ। ਉਹਨੂੰ ਮਤਲਬ ਹੈ ਕਿ ਉਹ ਜਿਹੜਾ ਸੀ ਉਹ ਡਿਬੇਟ ਵੀ ਹੁੰਦਾ ਸੀ, ਯੂਨਾਨੀਆਂ ਦੇ ਨਾਲ ਵੀ ਮਤਲਬ ਡਾਇਲਾਗ ਹੁੰਦਾ ਸੀ ਪੰਜਾਬੀਆਂ ਦਾ, ਜਾਂ ਰਿਗ ਵੇਦ ਦੇ ਉਸ ਵੇਲੇ ਦੇ ਲੋਕਾਂ ਦਾ ਯੂਨਾਨੀਆਂ ਨਾਲ ਵੀ ਡਾਇਲਾਗ ਹੁੰਦਾ ਸੀ। ਉਹਦੇ ਨਾਲ ਇੱਕ ਜ਼ਾਹਰ ਹੈ ਕਿ ਇੱਕ ਮਤਲਬ ਹੈ ਕਿ ਗੱਲ ਤੇ ਅੱਗੇ ਟੁਰ ਸਕਦੀ ਸੀ, ਜਾਂ ਟੁਰੀ ਹੈ ਜਾਂ ਵਿੱਚੋਂ ਕਿਤੇ ਕੱਟੀ ਗਈ, ਰਹਿ ਗਈ ਵਿੱਚੋਂ। ਸੋ ਇਸ ਤਰ੍ਹਾਂ ਦੀ ਉਹਦੀ ਇੱਕ ਡਿਜ਼ਾਇਰ ਹੈ। ਕੁਝ ਉਹਨੇ ਮਤਲਬ ਹੈ ਕਿ ਚੀਜ਼ਾਂ ਜਿਹੜੀਆਂ ਹੈ ਉਹਨਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਦਰਤ ਨਾਲ ਬੰਦੇ ਦਾ ਤਅਲਕ, ਔਰ ਇਸ ਤਰ੍ਹਾਂ ਮਤਲਬ ਹੈ ਕਿ ਜਿਹੜਾ ਹੈ ਉਹ ਇੱਕ ਫਲਸਫਾ ਜਿਹੜਾ ਹੈਗਾ ਔਰ ਇਤਿਹਾਸ ਜਿਹੜਾ ਹੈਗਾ ਉਹਨੂੰ ਇਕੱਠਾ ਲੱਭਣ ਦੀ, ਮਿਲਾਉਣ ਦੀ ਕੋਸ਼ਿਸ਼ ਹੈ। ਤੇ ਨਿਮਾਣਾ ਬੰਦਾ ਹੈਗਾ, ਉਹ ਖੁਦ ਹੀ ਕਹਿ ਰਿਹਾ ਹੈਗਾ ਕਿ ਇਹਦੇ ਉੱਤੇ ਫਰਦਰ ਕੰਮ ਹੋਣਾ ਚਾਹੀਦਾ ਹੈ, ਸਾਰੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ। ਕਿਉਂਕਿ ਜਿਹਨਾਂ ਉਹਨਾਂ ਨੇ ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਉਹਨਾਂ ਦਾ ਹਵਾਲਾ ਦਿੱਤਾ ਹੈ, ਮੈਂ ਵੀ ਉਹਨਾਂ ਨੂੰ ਮਿਲਿਆ ਹੈਗਾ, ਉਹ ਸਾਡੇ ਬਹੁਤ ਵੱਡੇ ਸੂਝਵਾਨ ਸਨ। ਉਹਨਾਂ ਦਾ ਵੀ ਇਹ ਦਾਅਵਾ ਆਇਆ ਸੀ ਕਿ ਪੰਜਾਬੀ ਜਿਹੜੀ ਤਾਰੀਖ ਹੈ ਜਾਂ ਪੰਜਾਬੀ ਜਿਹੜੀ ਇਤਿਹਾਸ ਹੈ ਉਹ ਕੋਈ ਮਤਲਬ ਹੈ ਕਿ 2-4 ਮਤਲਬ ਹੈ ਕਿ 100 ਸਾਲ ਦਾ ਕਿੱਸਾ ਨਹੀਂ ਹੈਗਾ, ਸੈਂਕੜੇ ਸਾਲ ਦਾ ਕਿੱਸਾ ਹੈਗਾ, ਔਰ ਉਹਦੀਆਂ ਰੂਟਸ ਬਹੁਤ ਪਿੱਛੇ ਜਾਂਦੀਆਂ ਹੈ। ਔਰ ਇਸ ਦਾਅਵੇ ਦੀ ਵਾਸਤੇ ਉਹਨਾਂ ਨੇ ਬਹੁਤ ਕੰਮ ਵੀ ਕੀਤਾ ਹੈ, ਪ੍ਰੇਮ ਪ੍ਰਕਾਸ਼ ਉਹਨਾਂ ਨੇ। ਸੋ ਜਸਪਾਲ ਵੀ ਆਪਣਾ ਪ੍ਰੋਫੈਸਰ ਪ੍ਰੇਮ ਪ੍ਰਕਾਸ਼ ਉਹਨਾਂ ਦਾ ਕਈ ਜਗ੍ਹਾ ਦੇ ਉੱਤੇ ਹਵਾਲਾ ਦਿੰਦਾ ਹੈ। ਸੋ ਲਿਹਾਜ਼ਾ ਇੱਕ ਬਹੁਤ ਅੱਛੀ ਕੋਸ਼ਿਸ਼ ਹੈ, ਔਰ ਮੈਂ ਤਾਂ ਬੜਾ ਇਸ ਗੱਲ ਦੀ ਉਹਨਾਂ ਨੂੰ ਮੁਬਾਰਕਬਾਦ ਦਿੰਦਾ, ਔਰ ਕਿ ਇਸ ਕੰਮ ਨੂੰ ਹੋਰ ਅੱਗੇ ਵਧਾਉਣਾ ਚਾਹੀਦਾ ਹੈ। ਤੇ ਬਾਕੀ ਠੀਕ।